Good morning, students. This is your third chapter, a work of art which is written by Anton Chekhov. Anton Chekhov is a Russian writer and उसने मतलब काफ़ी ਵਧੀਆ ਰਾਈਟਰ ਲਿਖਿਆ ਜਿੰਨਾ ਵੀ ਸਾਰਾ ਵਰਕਸ ਹੈ he writes very well. And now we are going to start our third chapter. During Sasha's illness, it was Dr. Keshelkov who had saved his life. ਸਾਸ਼ਾ ਬਿਮਾਰ ਸੀ ਮਤਲਬ ਉਸ ਨੂੰ ਇੱਕ ਡਾਕਟਰ ਨੇ ਬਚਾਇਆ ਕੇਸ਼ਲਕੋਵ ਨੇ। ਸਾਸ਼ਾ ਐਂਡ ਹਿਜ਼ ਮਦਰ ਵਰ ਪੂਅਰ, ਉਹ ਦੋਨੋਂ ਕੀ ਸੀ, ਪੂਅਰ ਸੀਗੇ। ਐਜ਼ ਸੱਚ ਦੇ ਕੁਡ ਨਾਟ ਪੇ ਦ ਡਾਕਟਰ ਐਜ਼ ਮੱਚ ਐਜ਼ ਦੇ ਵਾਂਟਡ, ਮਤਲਬ ਵੀ ਡਾਕਟਰ ਨੂੰ ਕਾਫੀ ਜ਼ਿਆਦਾ ਪੇ ਨਹੀਂ ਸੀ ਕਰ ਸਕਦੇ। ਹੀ ਵਿਜ਼ਿਟਡ ਦ ਡਾਕਟਰ ਟੂ ਗਿਵ ਹਿਮ ਅ ਗਿਫਟ ਐਜ਼ ਅ ਟੋਕਨ ਆਫ ਹਿਜ਼ ਗ੍ਰੈਟੀਟਿਊਡ। ਡਾਕਟਰ ਕੋਲ ਗਿਆ ਸਾਸ਼ਾ, ਮਤਲਬ ਉਹਨੇ ਇੱਕ ਗਿਫਟ ਪਰਚੇਜ਼ ਕੀਤਾ ਉਹਨੂੰ ਐਪਰੀਸ਼ੀਏਟ ਕਰਨ ਦੇ ਡਾਕਟਰ ਨੂੰ। ਹੀ ਹੈਡ ਬਰੋਟ ਟੂ ਦ ਡਾਕਟਰ ਅ ਵੰਡਰਫੁਲ ਮਾਸਟਰ ਪੀਸ, ਮਤਲਬ ਉਹਦੀ ਲੈ ਕੇ ਆਇਆ ਕਾਫੀ ਇੱਕ ਮਾਸਟਰ ਪੀਸ ਸੀਗਾ। ਇਨ ਐਂਟੀਕ ਬ੍ਰੌਂਜ਼, ਮਤਲਬ ਉਹ ਬ੍ਰੌਂਜ਼ ਦਾ ਬਣਿਆ ਹੋਇਆ ਸੀਗਾ, ਐਂਟੀਕ ਸੀਗਾ। ਅ ਰਿਲੀਕ ਲੈਫਟ ਬਾਈ ਹਿਸ ਡੈਡ ਫਾਦਰ। His father used to buy a bronze antiques and sold them to the lovers of art. ਉਹਦੇ ਫਾਦਰ ਮਤਲਬ ਇਹ ਕੰਮ ਉਹਦੇ ਲਈ ਛੱਡ ਗਏ ਸੀ। ਉਹਦੇ ਫਾਦਰ ਕੀ ਸੀ, ਐਂਟੀਕਸ ਨੂੰ ਪਹਿਲਾਂ ਬਾਏ ਕਰਦੇ, ਫਿਰ ਮਤਲਬ ਉਹ ਜਿਹੜੇ ਲਵਰ ਆਫ ਆਰਟਸ ਸੀਗੇ, ਆਰਟ ਲਵਰ ਸੀਗੇ, ਜਿਹਨਾਂ ਨੂੰ ਮਤਲਬ ਕਲਾ ਨਾਲ ਕਾਫੀ ਜ਼ਿਆਦਾ ਲਗਾਵ ਹੁੰਦਾ, ਉਹਨਾਂ ਨੂੰ ਸੈੱਲ ਕਰਦੇ ਹੁੰਦੇ ਸੀਗੇ। ਨਾਓ ਸਾਸ਼ਾ ਐਂਡ ਹਿਜ਼ ਮਦਰ ਕੰਟੀਨਿਊਡ ਇਨ ਦਾ ਸੇਮ ਬਿਜ਼ਨਸ। ਸਾਸ਼ਾ ਅਨਰੇਪਡ ਦਾ ਬੰਡਲ, ਉਹਨੇ ਇਹ ਵਾਲੇ ਬੰਡਲ ਨੂੰ ਰੈਪ ਕੀਤਾ। ਇਟ ਵਾਜ਼ ਅ ਲੋ ਕੈਂਡਲ ਬ੍ਰਮ ਆਫ ਐਂਟੀਕ ਬ੍ਰੌਂਜ਼, ਅ ਵਰਕ ਆਫ ਰੀਅਲ ਆਰਟ ਰੀਪ੍ਰੈਜ਼ੈਂਟਿੰਗ ਅ ਗਰੁੱਪ। ਗਿਫਟ ਦੇ ਵਿੱਚ ਮਤਲਬ ਕੀ ਸੀਗਾ ਵੀ ਇੱਕ ਕੈਂਡਲ ਬ੍ਰਮ ਸੀਗਾ, ਉਹਨੂੰ ਮਤਲਬ ਗਰੁੱਪ ਇੱਕ ਪ੍ਰੈਜ਼ੈਂਟ ਕਰ ਰਿਹਾ ਹੈਗਾ। ਔਨ ਅ ਪੈਡੈਸਟਲ ਸਟੂਡ ਟੂ ਫਿਗਰਸ ਆਫ ਵੂਮੈਨ ਨਾਟ ਫੁੱਲੀ ਕਵਰਡ, ਉਹਦੇ ਵਿੱਚ ਕੀ ਸੀ ਵੀ ਦੋ ਵੂਮੈਨ ਖੜੀਆਂ ਨੇ, ਫੁੱਲੀ ਕਵਰਡ ਨਹੀਂ ਹੈਗੀਆਂ ਉਹ, ਨਾਟ ਫੁੱਲੀ ਕਵਰਡ। Their poses could not be described in words. Their figures were smiling playfully. ਜਿਹੜੇ ਉਹਦੇ ਪੋਜ਼ ਨੇ ਮਤਲਬ ਵੀ ਆਪਾਂ ਉਹਨਾਂ ਨੂੰ ਡਿਸਕਰਾਈਬ ਨਹੀਂ ਕਰ ਸਕਦੇ। ਇਟ ਮੀਨਸ ਦੇ ਹੈਡ ਇਨ ਨੇਕਡ ਕੰਡੀਸ਼ਨ। ਥੀਸ ਫਿਗਰਸ ਵਰ ਸਮਾਈਲਿੰਗ ਪਲੇਫੁਲੀ, ਮਤਲਬ ਉਹਦੀ ਫਿਗਰਸ ਕਾਫੀ ਇੱਕ ਖਿਡੌਣੇ ਦੀ ਤਰ੍ਹਾਂ ਲੱਗ ਰਹੀ ਹੈ। ਦ ਫਸਟ ਰਿਐਕਸ਼ਨ ਆਫ ਦ ਡਾਕਟਰ ਵਾਜ਼ ਦੈਟ ਇਟ ਵਾਜ਼ ਅ ਵੈਰੀ ਪ੍ਰੀਟੀ ਪੀਸ ਆਫ ਆਰਟ। ਹਾਊਐਵਰ, ਜਦੋਂ ਉਹਨੂੰ ਲੱਗਿਆ ਹੀ ਫੈਲਟ ਦੈਟ ਇਟ ਵਾਜ਼ ਸਮਵਟ ਅਨਕਨਵੈਨਸ਼ਨਲ, ਕਿ ਆਪਾਂ ਇਹ ਕਿਸੇ ਨੂੰ ਦੱਸ ਨਹੀਂ ਸਕਦੇ ਹੈਗੇ। ਇਟ ਵਾਜ਼ ਨੋਟ ਅ ਬਿਟ ਲਿਟਰੇਰੀ, ਵੀ ਕਾਫੀ ਵੀ ਥੋੜ੍ਹਾ ਲਿਟਰੇਰੀ ਵੀ ਨਹੀਂ ਹੈਗਾ ਇਹ। He then added that nothing could be uglier than this candlebrum, which he could not place on his table, for it would pollute his entire home. ਉਹਨੇ ਕਿਹਾ ਵੀ ਇਸ ਤੋਂ ਅਗਲੀਅਰ ਹੋਰ ਕੋਈ ਵੀ ਕੈਂਡਲਬਰਮ ਨਹੀਂ ਹੈਗਾ ਜਿਹੜਾ ਮਤਲਬ ਉਹਦੇ ਸਾਰੇ ਇੰਟਾਇਰ ਮਤਲਬ ਇੱਕ ਸਾਰੇ ਐਟਮੋਸਫੀਅਰ ਨੂੰ ਪੋਲਿਊਟ ਕਰ ਰਿਹਾ ਹੈਗਾ। Sasha was shocked to note that the strange views that the doctor had of art, his feelings were injured, ਮਤਲਬ ਉਹਦੀ ਜਿਹੜੀ ਫੀਲਿੰਗਸ ਨੇ ਇੰਜੋਰ ਹੋਣਗੀਆਂ। He tried to convince the doctor that it was a real masterpiece. ਉਹ ਕੋਸ਼ਿਸ਼ ਕਰਦਾ ਕਿ ਉਹਨੂੰ ਦੱਸੇ ਵੀ ਇੱਕ ਰੀਅਲ ਮਾਸਟਰਪੀਸ ਹੈ। The doctor however told him that he was a married man. ਡਾਕਟਰ ਨੇ ਕਿਹਾ ਵੀ ਇੱਕ ਮੈਰਿਡ ਹੈ। Little children ran in and out of the room. Ladies came there continually, so he could not keep it there. Sasha said that his refusal to accept the gift would deeply offend both his mother and himself. ਉਹਨੇ ਉਹਨੂੰ ਕਿਹਾ ਵੀ ਜੇ ਉਹਨੇ ਰਿਫਿਊਜ਼ ਕਰਤਾ, ਮਨਾ ਕਰਤਾ, ਮਤਲਬ ਇਹ ਗੱਲਾਂ ਉਹਨੂੰ ਹਰਟ ਕਰਨਗੀਆਂ ਸਾਸ਼ਾ ਔਰ ਉਸਦੀ ਮਦਰ ਨੂੰ। His only regret was that there was unable to keep the doctor the mail of the candelabrum. They didn't have it. Sasha left the candelabrum tree there and went away. After the departure of Sasha, the doctor looked at the candelabrum for a long time. He thought that it was really beautiful, but it would be a pity of throw it away. However, he dared not keep it. ਉਹਨੂੰ ਮਤਲਬ ਉਹ ਵਧੀਆ ਲੱਗਿਆ ਬਟ ਉਹ ਆਪਣੇ ਕੋਲ ਰੱਖ ਨਹੀਂ ਸਕਦਾ ਸੀ। He could not decide to whom he could present or donate it. After thinking for a long time, he thought of his lawyer friend Yukov. ਉਹਨੂੰ ਆਪਣਾ ਇੱਕ friend ਯਾਦ ਆਇਆ Yukov, to whom he was indebted for legal services for which he could not offer him money. He therefore decided to give him this piece of indecency. He hoped that the lawyer, being single, would like it. ਉਹਨੂੰ ਲੱਗਦਾ ਸੀ ਵੀ lawyer ਕੀ single ਹੈ, ਇਸ ਲਈ ਉਹ ਵਾਲੇ masterpiece ਨੂੰ ਪਸੰਦ ਕਰੇਗਾ। The doctor said that the lawyer that he had come to repay him by presenting him with a beautiful masterpiece. ਡਾਕਟਰ ਨੂੰ ਲੱਗਿਆ ਵੀ ਲਾਇਰ ਮਤਲਬ ਉਹਨੂੰ ਪ੍ਰੈਜ਼ੈਂਟ ਕਰੇਗਾ ਇਹ ਕੀ ਇੱਕ ਬਿਊਟੀਫੁਲ ਮਾਸਟਰਪੀਸ ਹੈ। ਹੀ ਕਾਲਡ ਇਟ ਅ ਡਰੀਮ। ਦ ਲਾਇਰ ਵਾਜ਼ ਫਿਲਡ ਵਿਦ ਜੋਏ ਟੂ ਸੀ ਇਟਸ ਬਿਊਟੀ। ਅਤੇ ਲਾਇਰ ਇਹਨੂੰ ਦੇਖ ਕੇ ਕਾਫੀ ਖੁਸ਼ੀ ਦੇ ਵਿੱਚ ਪਾਗਲ ਹੋ ਜਾਏਗਾ।
However, his joy didn't last long. He could not accept it. The doctor must take it back. The lawyer's mother often visited him. ਹੁਣ ਉੱਥੇ ਕੀ ਸੀਗਾ ਵੀ ਲਾਇਰ ਦੀ ਮਦਰ ਵੀ ਆਉਂਦੀ ਸੀ. ਹਿਸ ਕਲਾਇੰਟਸ ਕੇਮ ਦੇਅਰ. ਮੋਰ ਓਵਰ ਹੀ ਵੁੱਡ ਬੀ ਡਿਸਗ੍ਰੇਸਡ ਈਵਨ ਇਨ ਦ ਆਈਜ਼ ਆਫ ਹਿਸ ਸਰਵੈਂਟਸ. ਮਤਲਬ ਉਹਦੇ ਸਰਵੈਂਟਸ ਵੀ ਆਉਂਦੇ ਸੀ. ਰਿਫਿਊਜ਼ਿੰਗ ਟੂ ਲਿਸਨ ਟੂ ਦ ਲਾਇਰ. ਮਤਲਬ ਵੀ ਉਹਨੇ ਮਨਾ ਕੀਤਾ. ਦ ਡਾਕਟਰ ਰੇਨ ਆਊਟ ਆਫ ਹਿਸ ਹਾਊਸ ਗੈਟਿੰਗ ਰਿਡ ਆਫ ਦ ਪ੍ਰੈਜੈਂਟ. ਮਤਲਬ ਤਾਂ ਡਾਕਟਰ ਕੀ ਉੱਥੋਂ ਚਲਾ ਗਿਆ ਆਪਣੇ ਉਹ ਵਾਲੇ ਪ੍ਰੈਜੈਂਟ ਉੱਥੇ ਛੱਡ ਕੇ. ਆਫਟਰ ਦ ਡਿਪਾਰਚਰ ਆਫ ਦ ਡਾਕਟਰ ਦ ਲਾਇਰ ਫਾਊਂਡ ਹਿਮਸੈਲਫ ਇਨ ਦ ਸੇਮ ਫਿਕਸ. ਤਾਂ ਮਤਲਬ ਡਾਕਟਰ ਦੇ ਜਾਣ ਤੋਂ ਬਾਅਦ ਲਾਇਰ ਨੇ ਸੇਮ ਸੋਚਿਆ ਜਿਵੇਂ ਪਹਿਲਾਂ ਡਾਕਟਰ ਨੇ ਸੋਚਿਆ ਸੀਗਾ. ਲਾਇਰ ਵੀ ਹੁਣ ਸੇਮ ਥਿੰਕਿੰਗ ਦੇ ਵਿੱਚ ਹੈ. ਹੀ ਡਿਸਾਈਡਡ ਟੂ ਗਿਵ ਇਟ ਟੂ ਦ ਕਮੇਡੀਅਨ ਸ਼ੋਸ਼ਕਿਨ ਹੂ ਲਵਡ ਸਚ ਥਿੰਗਸ. ਮਤਲਬ ਸੋਚਿਆ ਵੀ ਕਮੇਡੀਅਨ ਹੈਗਾ ਉਹਦੀ ਨਜ਼ਰ ਦੇ ਵਿੱਚ ਸ਼ੋਸ਼ਕਿਨ ਵੀ ਉਹਨੂੰ ਦੇ ਦਿੰਦਾ ਇਹ. ਸ਼ੋਸ਼ਕਿਨ ਵਾਜ਼ ਸਰਾਊਂਡਡ ਬਾਈ ਮੈਨ ਹੂ ਵਾਂਟਡ ਟੂ ਸੀ ਦ ਪ੍ਰੈਜੈਂਟ. ਮਤਲਬ ਹੁਣ ਸ਼ੋਸ਼ਕਿਨ ਕੋਲ ਕੀ ਸੀ ਕਾਫੀ ਮੈਨ ਆਉਂਦੇ ਸੀ ਉਹਨੂੰ ਗਿਫਟ ਪ੍ਰੈਜੈਂਟ ਕਰਦੇ ਸੀਗੇ ਬਿਕੋਜ਼ ਹੀ ਇਜ਼ ਅ ਕਮੇਡੀਅਨ. His room was filled with the lively laughter. If an actress approached the door and asked if she could enter, he would tell her not to come cause he was not dressed. ਮਤਲਬ ਉਹ ਕੀ ਸੀ ਉਹ ਕਾਫੀ ਕਮੇਡੀਅਨ ਸੀਗਾ. ਜੇ ਉਹਨੂੰ ਕਹਿੰਦਾ ਮਤਲਬ ਉਹਨੂੰ ਕੋਈ ਐਕਟਰਸ ਕਹਿੰਦੀ ਵੀ ਉਹ ਅੰਦਰ ਆਏ ਤਾਂ ਕਹਿੰਦੇ ਸੀ ਵੀ ਹੀ ਵਾਜ਼ ਨਾਟ ਡਰੈਸਡ ਸੋ you will not come. After the performance, the comedian didn't know what to do with the present. He lived in a private apartment. मतलब वो एक private apartment ਦੇ ਵਿੱਚ ਰਹਿੰਦਾ ਹੈ. He was often visited by actresses. It was not a photograph that he could hide in a drawer. ਉਹਨੇ ਕਿਹਾ ਵੀ ਕੋਈ ਪਿਕਚਰ ਨਹੀਂ ਇਹਨੂੰ ਹਾਈਡ ਕਰਕੇ ਰੱਖ ਸਕੇ. ਸੋ ਹੀ ਅਸੈਪਟਡ ਦਾ ਸੁਜੈਸ਼ਨ ਡੈਟ ਹੀ ਸ਼ੁੱਡ ਸੈਲ ਇਟ ਟੂ ਦ ਵੂਮੈਨ ਹੂ ਬੋਟ ਅਪ ਐਂਟੀਕ ਬ੍ਰੌਂਜ਼ਸ. ਮਤਲਬ ਫਿਰ ਉਹਨੇ ਇਹ ਚੀਜ਼ ਸੁਜੈਸ਼ਨਸ ਦੀ ਅਸੈਪਟ ਕਰ ਲਿਆ ਵੀ ਉਹ ਇੱਕ ਵੂਮੈਨ ਨੂੰ ਜਾਣਦਾ ਹੈ ਜਿਹੜੀ ਮਤਲਬ ਇਹ ਵਾਲੇ ਐਂਟੀਕ ਨੂੰ ਪਰਚੇਜ਼ ਕਰਦੀ ਹੈ. 2 days later, ਸ਼ਾਸ਼ਾ ਰੀਵਿਜ਼ਿਟਡ ਡਾਕਟਰ ਕੈਸ਼ਲਕੋਵ. 2 days 2 ਦਿਨਾਂ ਬਾਅਦ ਸ਼ਾਸ਼ਾ ਫੇਰ ਆਇਆ. ਹੀ ਵਾਜ਼ ਐਕਸਟ੍ਰੀਮਲੀ ਹੈਪੀ. ਕਾਫੀ ਖੁਸ਼ ਸੀਗਾ. ਇਨ ਹਿਜ਼ ਹੈਂਡਸ ਹੀ ਹੈਡ ਸਮਥਿੰਗ ਰੇਪਡ ਇਨ ਅ ਨਿਊਜ਼ਪੇਪਰ. ਹੀ ਟੋਲਡ ਦ ਡਾਕਟਰ ਦੈਟ ਹੀ ਹੈਡ ਸਕਸੀਡਡ ਇਨ ਗੈਟਿੰਗ ਦ ਮੇਡ ਟੂ ਹਿਜ਼ ਕੈਂਡਲਬਰਮ. ਉਹਨੇ ਕਿਹਾ ਵੀ ਉਹ ਇੱਕ ਹੋਰ ਲੈ ਕੇ ਆਇਆ ਹੈ ਜਿਹੜੇ ਪਹਿਲਾਂ ਵਾਲੀ ਕੈਂਡਲਬਰਮ ਸੀ ਉਹਦਾ ਇੱਕ ਮੇਟ ਉਹਦੇ ਨਾਲ ਵਾਲਾ ਇੱਕ ਹੋਰ ਲੈ ਕੇ ਆਇਆ ਹੈ. ਹੀ ਪਲੇਸਡ ਦ ਕੈਂਡਲਬਰਮ ਬਿਫੋਰ ਦ ਡਾਕਟਰ ਹੂ ਫਾਊਂਡ ਹਿਮਸੈਲਫ ਸਪੀਚਲੈਸ. ਮਤਲਬ ਫਿਰ ਉਹਨੇ ਉਹ ਵਾਲਾ ਕੈਂਡਲਬਰਮ ਟੇਬਲ 'ਤੇ ਰੱਖਤਾ. ਇਹ ਸਾਰਾ ਕੁਛ ਦੇਖ ਕੇ ਡਾਕਟਰ ਸੀਗਾ ਉਹ ਸਪੀਚਲੈਸ ਹੋ ਗਿਆ. ਸੋ ਦਿਸ ਇਜ਼ ਵੈਰੀ ਈਜ਼ੀ ਸਟੋਰੀ ਐਂਡ ਯੂ ਕੈਨ ਰੀਡ ਦਿਸ ਸਟੋਰੀ ਔਨ ਯਰ ਓਨ ਵੇ. ਸੋ ਥੈਂਕਸ. ਹੈਵ ਅ ਨਾਈਸ ਡੇ.